ਢੀਂਡਸਾ ਸਾਹਿਬ ਦਾ ਭਰਮ ਨਿਕਲ ਜਾਣਾ ਜਿਹੜੇ ਇਹਨਾਂ ਨੇ 12-13 ਸੀਟਾਂ ਲਈਆਂ ਇਹਨਾਂ ਦੇ ਬੰਦੇ ਜਵਾਨਤਾ ਨਹੀਂ ਬਚਾ ਸਕਣੀ, ਜਵਾਨਤਾ ਜ਼ਬਤ ਹੋਣਗੇ। ਮਾਲਵੇ 'ਚ ਆਉਂਦਾ ਲਹਿਰਾ ਅਤੇ ਮਾਲਵੇ ਦਾ ਗੜ੍ਹ ਕਿਹਾ ਜਾਂਦਾ ਕਿ ਡੇਰਾ ਪ੍ਰੇਮੀਆਂ ਦਾ ਗੜ੍ਹ ਹੈ ਮਾਲਵਾ। ਅਤੇ ਦੂਸਰੇ ਪਾਸੇ ਦੇਖਿਆ ਜਾਵੇ ਤਾਂ ਰਾਮ ਰਹੀਮ ਨੂੰ ਜਿਹੜੀ ਪੈਰੋਲ ਦਿੱਤੀ ਗਈ ਹੈ। ਤੁਹਾਨੂੰ ਲੱਗਦਾ ਕੋਈ ਵੋਟਾਂ ਦਾ ਉਹਦੇ 'ਤੇ ਕੋਈ ਅਸਰ? ਇਹ ਕਹਿੰਦੇ ਸੀਗੇ ਸੁਖਬੀਰ ਬਾਦਲ ਤੋਂ ਤਾਂ ਟੁੱਟੇ ਆ ਕਿ ਉਹਨਾਂ ਸਾਡਾ ਜਿਹੜਾ ਸੀਗਾ ਉਹ ਕਰਾਇਆ ਨਹੀਂ, ਛੇਤੀ ਦੀ ਇਨਕੁਆਇਰੀ ਕਰਾਈ ਸੀ। ਅਤੇ ਕੈਪਟਨ ਸਾਹਿਬ ਤਾਂ 5ਵੇਂ ਤਖ਼ਤ 'ਤੇ ਗੁਟਕਾ ਸਾਹਿਬ ਹੱਥ ਚੱਕ ਕੇ, ਜਿਹੜੀ ਕਿਸੇ ਸਾਡੇ ਲੀਡਰ ਨੇ ਗੁਟਕਾ ਸਾਹਿਬ ਚੱਕ ਕੇ ਸਹੁੰ ਨਹੀਂ ਖਾਧੀ ਹੋਣੀ ਪਬਲਿਕ 'ਚ, ਇਹਨਾਂ ਨੇ ਉਹ ਸਹੁੰ ਖਾਧੀ। ਅਤੇ ਉਦੋਂ ਵੱਡਾ ਧਰਮ ਦਾ ਅਪਮਾਨ ਕਿਹੜਾ ਹੋਊਗਾ? ਕੈਪਟਨ ਆਪ ਵੀ ਗਿਆ ਅਤੇ ਇਹ ਵੀ ਗਏ ਅਤੇ ਨਾਲ ਮੋਦੀ ਸਭ ਨੂੰ ਲੈ ਬੈਠੂਗਾ। ਸਰਸਾ ਗੁਰਦੁਆਰੇ ਪਰਮਿੰਦਰ ਢੀਂਡਸਾ ਗਿਆ, 2 ਦਿਨ ਬੈਠਾ ਰਿਹਾ, ਇਹਦੇ ਪਿਤਾ ਜੀ ਗਏ, ਸਾਰੇ ਗਏ। ਉਦੋਂ ਤਾਂ ਨੱਕ ਰਗੜ ਕੇ ਆਏ ਤੁਸੀਂ ਡੇਰੇ ਦੇ ਮੂਹਰੇ। ਡੇਰੇ ਦੀਆਂ ਵੋਟਾਂ ਲੈ ਕੇ ਜੋ ਜਿੱਤ ਗਏ, ਫਿਰ ਤੁਸੀਂ ਇੱਧਰਲੇ ਪਾਸੇ ਸਾਡੇ ਲੋਕਾਂ ਨੂੰ ਧੋਖਾ ਦੇਣ ਵਾਸਤੇ ਸਿੱਖ ਭਰਾਵਾਂ ਨੂੰ ਕਿ ਨਹੀਂ ਜੀ ਮੈਂ ਤਾਂ ਅੱਗੇ ਤੋਂ ਨਹੀਂ ਜਾਣਾ, ਮੈਂ ਅੱਗੇ ਤੋਂ ਨਹੀਂ ਜਾਣਾ, ਮੈਂ ਜਾਊਂਗਾ ਨਹੀਂ, ਮੈਨੂੰ ਨਹੀਂ ਕੋਈ ਲੋੜ ਇਹਨਾਂ ਦੀ। ਆਪ ਦਾ ਪ੍ਰਭਾਵ ਕਿਵੇਂ ਦੇ ਦਿਓ? ਆਪ ਵਾਲੇ ਕਹਿੰਦੇ ਨੇ ਕਿ ਮਾਲਵਾ ਦੇ ਵਿੱਚ ਤਾਂ ਸਾਡਾ ਪਹਿਲੇ ਦਿਨ ਹੀ ਜਿਹੜਾ ਜ਼ੋਰ ਜ਼ਿਆਦਾ ਹੈ, ਕਿਉਂਕਿ ਪਿਛਲੀ ਵਾਰ ਭਗਵੰਤ ਮਾਨ ਹੀ ਕਹਿੰਦੇ ਹੁੰਦੇ ਸੀ ਕਿ 2017 ਵਿੱਚ ਕਿ ਮਲਵਈ ਸੀਟਾਂ ਤਾਂ ਸਾਡੀਆਂ ਹੀ ਨੇ। 2017 ਨਾਲੋਂ ਬਹੁਤ ਆਮ ਆਦਮੀ ਪਾਰਟੀ ਦਾ ਜਿਹੜਾ ਵਰਕਰ ਹੈ ਡਿਮੋਰਲਾਈਜ਼ ਹੋਇਆ ਹੈ ਕਿ ਉਹਨਾਂ ਦੀਆਂ ਟਿਕਟਾਂ ਵੇਚੀਆਂ ਗਈਆਂ। ਉਹਨਾਂ ਦੀ ਟਿਕਟਾਂ ਆਮ ਆਦਮੀ ਤੋਂ ਕਹਿ ਕੇ ਖਾਸ ਆਦਮੀ ਨੂੰ ਟਿਕਟਾਂ ਦਿੱਤੀਆਂ ਗਈਆਂ। ਪਿਛਲੇ ਦਿਨੀ ਰਾਜੋਆਣਾ ਵੀ 1 ਘੰਟੇ ਪੈਰੋਲ ਤੇ ਆਉਂਦੇ ਨੇ, ਉਹ ਵੀ ਇਹੀ ਕਹਿੰਦੇ ਨੇ ਕਿ ਅਕਾਲੀ ਦਲ ਨੂੰ ਸਮਰਥਨ ਦਿਓ। ਰਾਜਿਆਂ ਨੂੰ ਤਾਂ ਪਹਿਲੇ ਦਿਨ ਤੋਂ ਅਕਾਲੀ ਦਲ ਦੇ ਨੇ, ਲੇਕਿਨ ਇਹ ਡੇਰੇ ਵਾਲੇ ਨੂੰ ਤਾਂ ਨਹੀਂ ਕਹਿ ਸਕਦੇ ਪਹਿਲੇ ਦਿਨ ਤੋਂ ਅਕਾਲੀ ਦਲ ਦੇ। ਇੱਕ ਵਾਰ ਇਹਨਾਂ ਨੇ ਕਾਂਗਰਸ ਦੀ ਮਦਦ ਵੀ ਕੀਤੀ ਸੀ 2002 ਦੇ ਵਿੱਚ। ਉਹਨਾਂ ਦੀ ਟੱਕਰ ਤਾਂ ਹੁਣ ਰਹੀ ਹੋਈ ਨਹੀਂ ਹੈ, ਕਿਉਂਕਿ ਜਿਹੜਾ ਬੰਦਾ ਆਪਣੀ ਪਾਰਟੀ ਦੀ ਪਿੱਠੇ ਛੁਰਾ ਮਾਰ ਕੇ ਜਾ ਸਕਦਾ ਅਕਾਲੀ ਦਲ ਦਾ, ਉਹਨੂੰ ਉਹ ਲੋਕ ਹੀ ਨਹੀਂ ਅਪਣਾਉਂਦੇ। ਪਹਿਲੀ ਗੱਲ ਉਹਨਾਂ ਦਾ ਵਜੂਦ ਹੀ ਖਤਮ ਹੋ ਜਾਂਦਾ ਹੈ। ਜਾਖੜੋਂ ਨਹੀਂ ਕਹਿੰਦੇ ਕਿ ਮੈਂ ਹਿੰਦੂ ਚਿਹਰਾ ਹੀ ਤਾਂ ਕਰਕੇ ਨਹੀਂ ਸੀ ਬਣ। ਜਿਹਨੂੰ ਆਮ ਆਦਮੀ ਪਾਰਟੀ ਦੀ ਟਿਕਟ ਦਿੱਤੀ ਗਈ ਹੈ, ਉੱਥੇ ਰਿਜ਼ੈਂਟਮੈਂਟ ਇਹ ਹੈ ਆਮ ਆਦਮੀ ਦੇ ਵੋਟਰਾਂ ਦੇ ਵਿੱਚ, ਵਰਕਰਾਂ ਦੇ ਵਿੱਚ, ਕਿ ਪਹਿਲਾਂ ਉਹ ਬੀਜੇਪੀ ਸੀ, ਫਿਰ ਉਹ ਅਕਾਲੀ ਦਲ ਸੀ, ਫਿਰ ਉਹ ਕਾਂਗਰਸ ਸੀ, ਅਤੇ ਉਹਦੇ 10 ਘੰਟੇ ਪਹਿਲਾਂ ਸਰੋਪਾ ਪਾ ਕੇ ਸਾਡੀ ਟਿਕਟ ਦਾ ਜੋ ਇਲਜ਼ਾਮ ਲਾਉਂਦੇ ਆ ਕਿ ਵੇਚੀ ਗਈ ਹੈ। ਮੈਂ ਸੁਣਿਆ ਹੀ ਇੱਥੇ ਢੀਂਡਸੇ ਦੇ ਦਫ਼ਤਰ 'ਚ ਕਹਿੰਦੇ ਸੀ ਤਾਂ ਬਾਹਮ ਰੋੜ ਕੇ ਕੰਮ ਲਵਾਂਗੇ ਸਰਸੇ ਵਾਲੇ ਬਾਬਿਆਂ ਤੋਂ। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਮਨਦੀਪ ਜੋਤ ਸਿੰਘ। ਪੰਜਾਬ ਦੇ ਵਿੱਚ ਚੋਣਾਂ ਦਾ ਮਾਹੌਲ ਹੈ ਅਤੇ ਸਿਆਸਤ ਪੂਰੀ ਤਰ੍ਹਾਂ ਭਖੀ ਹੋਈ ਹੈ। ਅੱਜ ਅਸੀਂ ਬੈਠੇ ਹਾਂ ਲਹਿਰਾ ਗਾਗਾ ਅਤੇ ਸਾਡੇ ਨਾਲ ਨੇ ਸਾਬਕਾ CM ਬੀਬੀ ਰਜਿੰਦਰ ਕੌਰ ਭੱਠਲ ਜੀ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਬੀਬੀ ਜੀ ਬਹੁਤ ਬਹੁਤ ਸਵਾਗਤ ਤੁਹਾਡਾ। ਧੰਨਵਾਦ ਜੀ, ਥੈਂਕ ਯੂ। ਪਹਿਲਾਂ ਮੈਂ ਸ਼ੁਰੂ ਇਸ ਤੋਂ ਹੀ ਕਰਾਂਗਾ ਬੀਬੀ ਜੀ, ਹਲਕੇ 'ਚ ਤੁਸੀਂ ਵਿਚਰ ਰਹੇ ਹੋ, ਲੋਕਾਂ 'ਚ ਜਾਂਦੇ ਹੋ, ਪਹਿਲਾਂ ਨਾਲੋਂ ਕੀ ਫ਼ਰਕ ਦੇਖਦੇ ਹੋ ਇਸ ਵਾਰ? ਪਹਿਲਾਂ ਨਾਲੋਂ ਕਾਫੀ ਚੀਜ਼ਾਂ ਦਾ ਫਰਕ ਹੈ। ਪਹਿਲਾਂ ਇੱਕ ਤਾਂ ਜਿਵੇਂ ਆਮ ਆਦਮੀ ਪਾਰਟੀ ਹੈ, ਉਹਦਾ ਇੱਥੇ ਕੰਮ ਕਰਨ ਵਾਲਾ ਜਿਹੜਾ ਪੁਰਾਣਾ ਵਰਕਰ ਸੀ ਜਸਵੀਰ ਸਿੰਘ ਕੁਦਨੀ, ਹਾਲਾਂਕਿ ਉਹ ਪਹਿਲਾਂ ਸਾਡਾ ਪੁਰਾਣਾ ਕਾਂਗਰਸ ਵਿੱਚ ਹੁੰਦਾ ਸੀ, ਪਰ ਉਹ ਕਾਂਗਰਸ ਤੋਂ ਬਾਅਦ ਉਹਨੇ ਆਮ ਆਦਮੀ ਪਾਰਟੀ ਦਾ ਕਾਫੀ ਕੰਮ ਕੀਤਾ ਅਤੇ ਉਹ ਅੱਛਾ 22-23 ਹਜ਼ਾਰ ਵੋਟ ਲੈ ਗਿਆ ਸੀ, ਸਟਰੋਂਗ ਉਮੀਦਵਾਰ ਸੀਗਾ। ਇਸ ਵਾਰ ਉਹਦੀ ਟਿਕਟ ਕੱਟੀ ਜਾਣ ਕਰਕੇ ਉੱਥੇ ਡਿਵੀਜ਼ਨ ਹੋ ਗਈ ਹੈ ਆਮ ਆਦਮੀ ਪਾਰਟੀ ਦੇ ਕੇਡਰ ਦੇ ਵਿੱਚ, ਕਿਉਂਕਿ ਉਹ ਸਮਝਦੇ ਆ ਕਿ ਸਾਡਾ ਇੱਕ ਨੂੰ ਨਹੀਂ ਮਿਲਦੀ ਟਿਕਟ, ਦੂਜੀ ਆਮ ਆਦਮੀ ਪਾਰਟੀ ਦੇ ਕਿਸੇ ਵਰਕਰ ਨੂੰ ਮਿਲ ਜਾਂਦੀ। ਜਿਹਨੂੰ ਆਮ ਆਦਮੀ ਪਾਰਟੀ ਦੀ ਟਿਕਟ ਦਿੱਤੀ ਗਈ ਹੈ, ਉੱਥੇ ਰਿਜ਼ੈਂਟਮੈਂਟ ਇਹ ਹੈ ਆਮ ਆਦਮੀ ਦੇ ਵੋਟਰਾਂ ਦੇ ਵਿੱਚ, ਵਰਕਰਾਂ ਦੇ ਵਿੱਚ, ਕਿ ਪਹਿਲਾਂ ਉਹ ਬੀਜੇਪੀ ਸੀ, ਫਿਰ ਉਹ ਅਕਾਲੀ ਦਲ ਸੀ, ਫਿਰ ਉਹ ਕਾਂਗਰਸ ਸੀ, ਅਤੇ ਉਹਦੇ 10 ਘੰਟੇ ਪਹਿਲਾਂ ਸਰੋਪਾ ਪਾ ਕੇ ਸਾਡੀ ਟਿਕਟ ਦਾ ਜੋ ਇਲਜ਼ਾਮ ਲਾਉਂਦੇ ਆ ਕਿ ਵੇਚੀ ਗਈ ਹੈ, ਜਿਹਦੇ ਕਰਕੇ ਵੋਟ ਤਾਂ ਕੇਜਰੀਵਾਲ ਜੀ ਵੇਚ ਸਕਦੇ ਆ, ਟਿਕਟ ਤਾਂ ਵੇਚ ਸਕਦੇ ਪਰ ਵੋਟ ਨਹੀਂ ਵੇਚ ਸਕਦੇ। ਉਹਨਾਂ ਦੀ ਡਿਵੀਜ਼ਨ ਹੈ, ਇਹ ਫਰਕ ਹੈਗਾ। ਅੱਗੇ ਜਿਹੜੀ ਵੋਟ ਇਕੱਠੀ ਸੀ ਉਹ ਡਿਵਾਈਡ ਹੋ ਗਈ ਹੈ। ਦੂਸਰਾ ਜਿਹੜਾ ਸਾਡਾ ਮੇਨ ਵਿਰੋਧੀ ਕਹਾਉਂਦਾ ਹੈ, ਉਹ ਸੁਖਦੇਵ ਸਿੰਘ ਢੀਂਡਸੇ ਦਾ ਮੁੰਡਾ ਪਰਮਿੰਦਰ ਸਿੰਘ ਢੀਂਡਸਾ। ਇਹਨੂੰ ਵੀ ਪਿਛਲੀ ਵਾਰ ਜਿਹੜੀ ਵੋਟ ਪਈ ਸੀ, ਸਮੁੱਚਾ ਅਕਾਲੀ ਦਲ, ਬਾਦਲ ਅਕਾਲੀ ਦਲ ਵੱਲੋਂ ਇਲੈਕਸ਼ਨ ਲੜਿਆ ਸੀਗਾ, ਤੱਕੜੀ ਦੇ ਨਿਸ਼ਾਨ 'ਤੇ ਲੜਿਆ ਸੀਗਾ, ਅਤੇ ਇਹਨੂੰ ਸਾਰੀ ਸਪੋਰਟ ਅੱਗੇ ਫੁੱਲੀ ਡੇਰੇ ਦੀ ਵੀ ਹੋ ਗਈ ਸੀ, ਸੱਤਾ ਵਾਲੇ ਦੀ, ਅਤੇ ਪੂਰੀ ਸਾਰੀ BJP ਦੀ ਵੀ ਸੀ। ਹੁਣ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਹੈਗੀ ਹੈ ਉਹ ਡਿਵੀਜ਼ਨ ਹੋ ਗਈ ਹੈ ਇੱਥੇ ਵੀ, ਔਰ ਉਹ ਤੱਕੜੀ ਦਾ ਨਿਸ਼ਾਨ ਵੀ ਜਿਹੜਾ ਹੈ ਉਹ ਨਵਾਂ ਜਿਹੜਾ ਲੌਂਗੋਵਾਲ ਬਣਿਆ ਉਹਦੇ ਕੋਲ ਚਲਿਆ ਗਿਆ, ਔਰ ਇੱਥੇ ਵੀ ਜਿਹੜੀ ਆਪਾਂ 60-40 ਦੀ ਕਹੀਏ ਰੇਸ਼ੋ ਜਾਂ ਥੋੜ੍ਹੀ ਮੋਟੀ ਡੇਲੀ ਵੱਧਦੀ ਘਟਦੀ ਰਹਿੰਦੀ ਹੈਗੀ ਹੈ। ਇੱਥੇ ਇੱਕ ਤਾਂ ਇਹਦੀ ਵੋਟ ਜਿਹੜੀ 40 ਜਾਂ 50% ਇਹਦੀ ਡਿਵੀਜ਼ਨ ਹੋਣ ਕਰਕੇ ਉਹਦਾ ਨੁਕਸਾਨ ਹੈ। ਤੀਜਾ, ਇਸ ਵਾਰ ਕਿਉਂਕਿ ਡੇਰੇ ਦੀ ਸਪੋਰਟ ਸਾਨੂੰ ਨਹੀਂ ਲੱਗਦਾ, ਜਿਸ ਤਰੀਕੇ ਨਾਲ ਇਹਨੇ ਕਿਹਾ ਸੀਗਾ ਕਿ ਮੈਂ ਕਦੇ ਵੋਟ ਨਹੀਂ ਮੰਗੂਗਾ ਡੇਰੇ ਤੋਂ, ਬਾਬੇ ਨੂੰ ਗਲਤ ਬਾਹਰ ਲਿਆਂਦਾ ਹੈਗਾ, ਜਾਂ ਕਿਸ ਤਰੀਕੇ ਦੇ ਨਾਲ ਮਤਲਬ ਜਾ ਕੇ ਤਾਂ ਪਹਿਲਾਂ ਵੋਟਾਂ ਮੰਗੀਆਂ। ਜਾਂ ਤਾਂ ਤੁਸੀਂ ਜਿੱਥੇ ਖੜ੍ਹੇ ਹੋ ਸਟੈਂਡ 'ਤੇ ਖੜ੍ਹੇ ਰਹੋ, ਜੇ ਤੁਸੀਂ ਉਹਨਾਂ ਦੇ ਖਿਲਾਫ ਹੋ ਤਾਂ ਖਿਲਾਫ ਰਹੋ, ਜੇ ਉਹਨਾਂ ਦੇ ਹੱਕ 'ਚ ਹੋ ਤਾਂ ਹੱਕ 'ਚ ਰਹੋ। ਇਹ ਨਾ ਹੋਵੇ ਕਿ ਵੋਟਾਂ ਵੇਲੇ ਤਾਂ ਤੁਸੀਂ ਭੱਜ ਕੇ ਉੱਥੇ ਮੱਥਾ ਟੇਕਣ ਜਾਂਦੇ ਹੋ। ਸਰਸਾ ਗੁਰਦੁਆਰੇ ਪਰਮਿੰਦਰ ਢੀਂਡਸਾ ਗਿਆ, 2 ਦਿਨ ਬੈਠਾ ਰਿਹਾ, ਇਹਦੇ ਪਿਤਾ ਜੀ ਗਏ, ਸਾਰੇ ਗਏ। ਉਦੋਂ ਤਾਂ ਨੱਕ ਰਗੜ ਕੇ ਆਏ ਤੁਸੀਂ ਡੇਰੇ ਦੇ ਮੂਹਰੇ।
ਡੇਰੇ ਦੀਆਂ ਵੋਟਾਂ ਲੈ ਕੇ ਜੋ ਜਿੱਤ ਗਏ, ਫਿਰ ਤੁਸੀਂ ਇੱਧਰਲੇ ਪਾਸੇ ਸਾਡੇ ਲੋਕਾਂ ਨੂੰ ਧੋਖਾ ਦੇਣ ਵਾਸਤੇ ਸਿੱਖ ਭਰਾਵਾਂ ਨੂੰ ਕਿ ਨਹੀਂ ਜੀ ਮੈਂ ਤਾਂ ਅੱਗੇ ਤੋਂ ਨਹੀਂ ਜਾਣਾ, ਮੈਂ ਅੱਗੇ ਤੋਂ ਨਹੀਂ ਜਾਣਾ, ਮੈਂ ਜਾਊਂਗਾ ਨਹੀਂ, ਮੈਨੂੰ ਨਹੀਂ ਕੋਈ ਲੋੜ ਇਹਨਾਂ ਦੀ। ਇੱਥੇ ਆ ਕੇ ਫਿਰ ਤੁਸੀਂ ਉਹਨਾਂ ਦੇ ਨਾਲ ਧੋਖਾ ਕੀਤਾ, ਪਹਿਲਾਂ ਸਿੱਖਾਂ ਨਾਲ ਧੋਖਾ ਕੀਤਾ, ਹੁਣ ਇਹ ਡੇਰੇ ਵਾਲਿਆਂ ਨਾਲ ਧੋਖਾ ਕੀਤਾ। ਇਸ ਕਰਕੇ ਇਹਨੂੰ ਨਹੀਂ, ਮੈਨੂੰ ਨਹੀਂ ਲੱਗਦਾ ਕਿ ਇੱਥੋਂ ਵੀ ਇਹ ਵੋਟ ਕੋਈ ਇਸ ਤਰ੍ਹਾਂ ਦੀ ਲਿਜਾ ਸਕੇ। ਸੋ ਇਹ ਵੱਖਰੀ ਗੱਲ ਹੈਗੀ ਹੈ ਕਿ ਹੁਣ ਇਹਨਾਂ ਦਾ ਦਾਰੋਮਦਾਰ ਸਿਰਫ ਇੱਕ ਕਿਸਾਨ ਯੂਨੀਅਨ ਬੀਜੇਪੀ ਨਾਲ ਆਉਣ ਕਰਕੇ ਸਾਡੀ ਬੀਜੇਪੀ ਦੀ ਛੋਟੀਆਂ ਮੰਡੀਆਂ ਹੈ, ਵੋਟ ਬਹੁਤ ਥੋੜ੍ਹੀ ਹੈ, ਲੇਕਿਨ ਉਹਦੇ ਮੁਕਾਬਲੇ 'ਚ ਜਿਹੜੀ ਕਿਸਾਨੀ ਵੋਟ ਮੋਦੀ ਦੇ ਖਿਲਾਫ ਹੈ, ਬੀਜੇਪੀ ਕਰਕੇ ਜਿਹੜੀ ਇਹਨਾਂ ਸਪੋਰਟ ਲੈ ਕੇ ਆਇਆ ਮੋਦੀ ਤੋਂ, ਉਹਦੇ ਕਰਕੇ ਕਿਸਾਨੀ ਵੋਟ ਵੀ ਇਹਦੀ ਬਹੁਤ ਵੱਡੇ ਹਿੱਸੇ 'ਚ ਇਹਦੇ ਖਿਲਾਫ ਵੰਡੀ ਜਾਣੀ ਹੈ। ਇਹ ਤੋਂ ਨਿਰਾਸ਼ ਨੇ, ਇਹਦੇ ਨਾਲ ਮੈਨੂੰ ਲੱਗਦਾ ਨਹੀਂ ਕਿ ਆਉਣਗੇ, ਉਹਦਾ ਇਹਨੂੰ ਵੱਡਾ ਸੈੱਟਬੈਕ ਹੋਣਾ। ਸੋ ਇਸ ਕਰਕੇ ਇਹੀ ਦੋਨੇ ਮੁੱਖ ਕਹਾਉਂਦੇ ਸੀਗੇ। ਜਿਹੜਾ ਅਕਾਲੀ ਦਲ ਵਾਲਾ ਹੈਗਾ ਲੌਂਗੋਵਾਲ ਵਾਲਾ, ਉਹ ਵੀ ਬਾਹਰ ਲੈਗਾ, ਇਹ ਪਰਮਿੰਦਰ ਢੀਂਡਸਾ ਵੀ ਬਾਹਰ ਲੈਗਾ। ਦੋਏ ਬਾਹਰਲਿਆਂ ਨੂੰ ਲੋਕ ਸਮਝਦੇ ਹੈ। ਪਰਮਿੰਦਰ ਢੀਂਡਸਾ ਨੂੰ ਦੇਖ ਲਿਆ ਕਿ 4 ਸਾਲਾਂ 'ਚ ਵੜਿਆ ਨਹੀਂ ਇੱਥੇ ਆ ਕੇ, ਇਹਨੇ ਕੋਈ ਧੇਲਾ ਨਹੀਂ ਦਿੱਤਾ, ਕੋਈ ਕੰਮ ਨਹੀਂ ਕਰਾਇਆ, 10 ਸਾਲ ਵਜ਼ੀਰ ਰਿਹਾ। ਔਰ ਇਹਦੇ ਪਿਤਾ ਜੀ MP ਹੁਣ ਵੀ ਹੈਗੇ ਹੈ, ਕਹਿੰਦੇ ਆ ਬੀਜੇਪੀ ਨਾਲ ਬਣਦੀ ਹੈ, ਇੱਕ ਵੀ ਕੋਈ ਕਾਰਖਾਨਾ ਪ੍ਰੋਜੈਕਟ ਨਹੀਂ ਲਿਆ ਕੇ ਦਿੱਤਾ ਇਹਨਾਂ ਨੇ। ਕੋਈ ਵੀ ਫਾਇਦਾ ਨਾ ਦਿੱਲੀ ਦੀ ਸਰਕਾਰ ਤੋਂ ਆਪਦੀ ਬੀਜੇਪੀ ਤੋਂ ਲੈ ਕੇ ਦੇ ਸਕੇ ਲਹਿਰੇ ਲਈ, ਨਾ ਇੱਥੇ 10 ਸਾਲ ਦੀ ਸਰਕਾਰ ਕਰਕੇ ਕੋਈ ਇਹਨਾਂ ਨੇ ਕੰਮ ਕੀਤਾ, ਡੱਕਾ ਤੋੜ ਕੇ ਦੂਰਾ ਨਹੀਂ ਕੀਤਾ, ਕੋਈ ਨਿੱਕਾ ਮੋਟਾ ਪ੍ਰੋਜੈਕਟ ਵੀ ਨਹੀਂ। ਬਲਕਿ ਜਿਹੜੇ ਮੇਰੇ ਲਿਆਂਦੇ ਵੀ ਕੰਮ ਸੀ ਉਹਨਾਂ ਨੂੰ ਬੰਦ ਕਰਾਉਣ ਦਾ ਕੰਮ ਜ਼ਰੂਰ ਕੀਤਾ ਹੈ। ਆ ਇੰਜੀਨੀਅਰ ਕਾਲਜ ਮੈਂ ਲਿਆਈ ਸੀ, ਇੰਨੇ ਬੱਚੇ ਪੜ੍ਹਦੇ ਆ, ਨੌਕਰੀਆਂ ਮਿਲੀਆਂ ਸਭ। ਪਰਮਿੰਦਰ ਢੀਂਡਸਾ ਨੇ ਇੱਕ ਕਾਣੀ ਕੌਡੀ ਨਹੀਂ ਦਿੱਤੀ, ਔਰ ਨਾਲ ਆਲੇ ਦੁਆਲੇ ਛੋਟੇ ਛੋਟੇ ਹੋਰ ਸਕੂਲ ਖੋਲ੍ਹ ਕੇ ਇਸ ਤੋੜਨ ਦੀ ਕੋਸ਼ਿਸ਼ ਕੀਤੀ ਇਹਨੂੰ, ਜਿਹਨੂੰ ਉਹਨਾਂ ਮੁੜ ਕੇ ਟੁੱਟਣ ਨਹੀਂ ਦਿੱਤਾ। ਮੈਂ ਦੁਬਾਰਾ ਦੀ ਸਰਵਾਈਵਲ ਵੀ ਕੀਤੀ ਹੈ, ਇਹਦੀਆਂ ਅਸੀਂ ਲੈ ਕੇ ਆ ਰਹੇ ਹਾਂ, ਸਾਰੀਆਂ ਗ੍ਰਾਂਟਾਂ ਵੀ ਲੈ ਕੇ ਆ ਰਹੇ ਹਾਂ। ਇਸੇ ਤਰ੍ਹਾਂ ਮੈਂ ਬਣਾਇਆ ਸੀ ਬੱਸ ਡਿਪੂ, ਤਾਂ ਕਿ ਬੱਸਾਂ ਖੜ੍ਹਨਗੀਆਂ, 60-70 ਬੱਸਾਂ ਇੱਥੇ ਖੜ੍ਹੀਆਂ ਸਾਰੇ ਹਲਕੇ 'ਚ ਜਾਣਗੀਆਂ। ਬੱਸਾਂ ਦੀ ਕਮੀ ਹੈ ਹਰਿਆਣੇ ਦੇ ਬਾਰਡਰ ਕਰਕੇ। ਬਹਿੰਦਿਆਂ ਸਾਰ ਪਰਮਿੰਦਰ ਢੀਂਡਸੇ ਨੂੰ 2007 ਜੋ ਸਰਕਾਰ ਆ ਗਈ, ਮੈਂ ਜਿੱਥੇ 1 ਕਰੋੜ 30 ਲੱਖ ਦਿੱਤਾ ਸੀ, ਬੱਸ ਅੱਡੇ ਦੀ ਡਿਵੈਲਪਮੈਂਟ ਕਰੋਗੇ ਅਤੇ ਨਾਲ ਇਹਨੂੰ ਵਧੀਆ ਬਣਾਓਗੇ, ਡਿਪੂ ਥਾਂ ਬਣਾਉਣ ਵਾਸਤੇ ਵੱਡੇ ਗੱਡੀਆਂ ਦਾ ਇੰਤਜ਼ਾਮ ਕਰੋਗੇ। ਉਹ ਇਹਨਾਂ ਨੇ ਤੋੜ ਕੇ 1 ਕਰੋੜ ਰੁਪਇਆ ਵਾਪਸ ਲੈ ਗਏ, ਡਿਪੂ ਤੋੜ ਕੇ ਅੱਡਾ ਬਣਾ ਕੇ ਰੱਖਤਾ। ਮੇਰਾ ਭਾਵ ਇਹ ਕਹਿਣ ਦਾ, ਮੈਂ ਤੁਹਾਨੂੰ 2 ਮਿਸਾਲਾਂ ਹੀ ਦਿੱਤੀਆਂ, ਹਰ 8-10 ਵੱਡੇ ਕੰਮ ਜਿਹੜੇ ਮੈਂ ਕੀਤੇ, ਜਿਹੜੇ ਕਿਸੇ ਨੇ ਨਹੀਂ ਕੀਤੇ, ਚਾਹੇ ਉਹ ਵੱਡੇ ਘੱਗਰ 'ਤੇ ਪੁਲ ਬਣਾਉਣ ਦੇ ਸੀ, ਚਾਹੇ ਘੱਗਰ 'ਤੇ ਬੰਨ੍ਹ ਲਾਉਣ ਦੇ ਸੀ, ਚਾਹੇ ਮੈਂ ਗ੍ਰਿਡ ਲਾਏ ਆ 10, ਚਾਹੇ ਮੈਂ ਯੂਨੀਵਰਸਿਟੀਆਂ ਕੈਂਪਸ ਬਣਾਏ ਨੇਗੇ। ਆ ਸਾਡੇ ਦੇਲਾ ਪਿੰਡ ਹੈ ਇੱਕ ਇੱਥੇ, ਉਹ ਦੇਲਾ ਪਿੰਡ ਦੇ ਵਿੱਚ ਅਕਾਲੀ ਫੂਲਾ ਸਿੰਘ ਸਾਡੇ ਇਤਿਹਾਸ ਦੇ ਵਿੱਚ ਬੜਾ ਵੱਡਾ ਨਾਂ ਹੈਗਾ, ਕੁਰਬਾਨੀ ਹੈ ਉਹਨਾਂ ਦੀ। ਉਹਨਾਂ ਦੇ ਥਾਂ 'ਤੇ ਮੈਂ ਯੂਨੀਵਰਸਿਟੀ ਕੈਂਪਸ ਬਣਾਇਆ ਸੀਗਾ, ਉੱਥੇ ਮੈਂ 1 ਕਰੋੜ 10 ਲੱਖ ਦਿੱਤਾ ਸੀ 2006 ਦੇ ਵਿੱਚ। 7 'ਚ ਸਰਕਾਰ ਆ ਗਈ ਇਹਨਾਂ ਦੀ, ਅੱਗੇ ਉਹਨਾਂ ਨੇ ਉਹਨੂੰ ਨਾ ਪੈਸਾ ਦਿੱਤਾ, ਨਾ ਜਿਹੜੀ ਅਗਲੀ ਕਾਰਵਾਈ ਸੀ ਕਰਨ ਦੀ ਕਿ ਇੱਥੇ ਯੂਨੀਵਰਸਿਟੀ ਕੈਂਪਸ ਨੂੰ ਕਿਵੇਂ ਚਲਾਇਆ ਜਾਵੇ ਉਹ ਕੀਤਾ। ਇਹਨਾਂ ਨੇ ਹਰ ਕੰਮ ਨੈਗੇਟਿਵ ਤੋੜਨ ਦਾ ਕੀਤਾ ਹੈ। ਮੈਂ ਜਿਵੇਂ ਹੁਣ ਇੱਥੇ ਲੈ ਕੇ ਆਈਆਂ ਡਿਗਰੀ ਕਾਲਜ ਮੂਨਕ, ਸਬ ਡਿਵੀਜ਼ਨ ਮੈਂ ਮੂਨਕ ਬਣਾਈ, ਇਹ ਮੈਂ ਵੀਡੀਓ ਬਲਾਕ ਬਣਾਇਆ ਜਿਹੜਾ ਆਪਣਾ ਅੰਦਾਣੇ ਦੇ ਵਿੱਚ। ਕਿਸੇ ਥਾਂ 'ਤੇ ਇਹਨਾਂ ਨੇ ਕੋਈ ਬਿਲਡਿੰਗ ਨਹੀਂ ਬਣਾਈ, ਕੋਈ ਅੱਗੇ ਕੰਮ ਨਹੀਂ ਕੀਤਾ, ਕੋਈ ਲੈ ਕੇ ਨਹੀਂ ਆਏ, ਕੀਤੇ ਕੰਮਾਂ ਨੂੰ ਤੋੜਨ ਦਾ ਕੰਮ ਢੀਂਡਸਾ ਸਾਹਿਬ ਨੇ ਕੀਤਾ। ਇਹ ਵੀ ਇਹਨਾਂ ਨੂੰ ਨਿਰਾਸ਼ਤਾ ਦਾ ਸਾਹਮਣਾ ਕਰਨਾ ਪੈਣਾ ਇਸ ਵਾਰ, ਇਸ ਕਰਕੇ ਇਹ ਮੁਕਾਬਲੇ ਤੋਂ ਸਾਰੇ ਬਾਹਰ ਨੇ। ਬੀਬੀ ਜੀ, ਜੇਕਰ ਗੱਲ ਕਰੀਏ, ਤੁਸੀਂ ਪਹਿਲਾਂ ਵੀ ਇਸ ਹਲਕੇ ਤੋਂ ਤੁਸੀਂ ਜਿੱਤਦੇ ਰਹੇ ਹੋ, ਅਤੇ ਉਦੋਂ ਤੇ ਇਸ ਵਾਰ ਦੀ ਚੋਣ ਦੇ ਵਿੱਚ ਕਿਹੜੇ ਖਾਸ ਮੁੱਦੇ ਨੇ ਜਿਹੜੇ ਪਹਿਲਾਂ ਨਾਲੋਂ ਵੱਖ ਨੇ? ਪਹਿਲਾਂ ਨਾਲੋਂ ਵੱਖ ਤਾਂ ਜਿਹੜਾ ਹੈਗਾ ਇੱਕ ਤਾਂ ਇਹੀ ਹੈ, ਜਿਵੇਂ ਮੇਰਾ ਇਹ ਵੱਖ ਇਸ ਤਰ੍ਹਾਂ ਹੋ ਗਿਆ, ਇਹਨਾਂ ਨੇ ਕਾਲਜ ਬੰਦ ਕਰਨ ਦੀ ਕੋਸ਼ਿਸ਼ ਕੀਤੀ, ਹੁਣ ਮੈਂ ਇਹ ਕਾਲਜ ਤਾਂ ਚਲਾਉਣਾ ਹੀ ਚਲਾਉਣਾ ਹੈਗਾ। ਮੈਂ ਨਾਲ ਇੱਥੇ ਸਮਝਦੀ ਹਾਂ ਕਿ ਅਸੀਂ ਬਾਰਡਰ 'ਤੇ ਬੈਠੇ ਹਾਂ, ਇੱਥੇ ਅਸੀਂ ਮੈਡੀਕਲ ਕਾਲਜ ਇੱਕ ਲਿਆਉਣਾ, ਇੱਕ ਜਿਹੜਾ ਖਨੌਰੀ ਨਰਵਾਣੇ ਦੇ ਨਾਲ ਲੱਗਦਾ ਹੈ, ਉੱਥੇ ਕੋਈ ਕਾਲਜ ਨਹੀਂ, ਡਿਗਰੀ ਕਾਲਜ ਜਿਵੇਂ ਮੂਨਕਤਾ ਬਣਾਤਾ ਮੈਂ, ਉੱਥੇ ਡਿਗਰੀ ਕਾਲਜ ਅਸੀਂ ਲੈ ਕੇ ਆਉਣਾ ਹੈਗਾ। ਇੱਕ ਉੱਥੇ ਅਸੀਂ ਨਵਾਂ ਕੰਮ ਹੈ ਕਿ ਹੌਸਪੀਟਲ, ਜਿਹੜੇ ਵੱਡੀਆਂ ਚੀਜ਼ਾਂ ਸਮਝਦੇ ਹਾਂ ਪਿੰਡੀ ਡਿਵੈਲਪਮੈਂਟ ਦੀਆਂ। ਇਸੇ ਤਰ੍ਹਾਂ ਨਾਲ ਮੈਂ ਸਮਝਦੀ ਹਾਂ ਕਿ ਬਾਰਡਰ 'ਤੇ ਬੈਠਾ 2 ਸਾਬਕਾ ਸੀਗੇ, ਮੈਂ ਇੱਥੇ ਇਲੈਕਸ਼ਨ ਲੜੇ ਹੈ, ਇਹ ਬਿਲਕੁਲ ਕਿਨਾਰਾ ਆ ਜਾਂਦਾ ਹੈ, ਸਾਡਾ ਨਾਲ ਲੱਗਦਾ ਹਰਿਆਣਾ ਇੱਧਰਲੇ ਪਾਸੇ, ਹਰਿਆਣਾ ਇੱਧਰਲੇ ਪਾਸੇ ਪੰਜਾਬ ਹੈ। ਡਿਸਟ੍ਰਿਕਟ ਜਿਹੜਾ ਅਸੀਂ ਕਿਹਾ ਵਾ ਬੜੀ ਦੇਰ ਤੋਂ ਬਣਾਉਣ ਵਾਸਤੇ, ਉਹ ਜ਼ਿਲ੍ਹਾ ਇੱਥੇ ਬਣਾਉਣਾ ਹੈ, ਅਤੇ ਕੁਛ ਮੈਂ ਇੱਥੇ ਚੰਗੇ ਕੰਮ ਕਰਨ ਵਾਸਤੇ ਜਿਹੜੇ ਛੋਟੇ ਵੱਡੇ ਕਾਰਖਾਨੇ ਆ ਉਹ ਲੈ ਕੇ ਆਉਣੇ ਆ। ਇਹ ਮੇਰੇ ਨਵੇਂ ਏਜੰਡੇ ਵਿੱਚ ਸ਼ਾਮਲ ਨੇ, ਜਿਹੜੀ ਸਾਡੀ ਸਰਕਾਰ ਆਉਣ 'ਤੇ ਅਸੀਂ ਕਰਨੇ ਆ ਪੂਰੇ ਸਾਰੇ, ਕਿ ਲੋਕਾਂ ਦਾ ਫਾਇਦਾ ਹੋਵੇ। ਬੀਬੀ, ਜੇਕਰ ਲਹਿਰੇ ਦੀ ਗੱਲ ਕਰੀਏ ਤਾਂ ਮਾਲਵੇ 'ਚ ਆਉਂਦਾ ਲਹਿਰਾ, ਅਤੇ ਮਾਲਵੇ ਦਾ ਗੜ੍ਹ ਕਿਹਾ ਜਾਂਦਾ ਕਿ ਡੇਰਾ ਪ੍ਰੇਮੀਆਂ ਦਾ ਗੜ੍ਹ ਹੈ ਮਾਲਵਾ, ਅਤੇ ਦੂਸਰੇ ਪਾਸੇ ਦੇਖਿਆ ਜਾਵੇ ਤਾਂ ਰਾਮ ਰਹੀਮ ਨੂੰ ਜਿਹੜੀ ਆ ਪੈਰੋਲ ਦਿੱਤੀ ਗਈ ਹੈ। ਤੁਹਾਨੂੰ ਲੱਗਦਾ ਕੋਈ ਵੋਟਾਂ ਦਾ ਉਹਦੇ 'ਤੇ ਕੋਈ ਅਸਰ? ਦੇਖੋ, ਬੀਜੇਪੀ ਦੀ ਨੀਅਤ ਤਾਂ ਹਮੇਸ਼ਾ ਖੁਦਗਰਜ਼ ਹੁੰਦੀ ਹੈ, ਮੌਕਾ ਪ੍ਰਸਤ ਹੁੰਦੀ ਹੈ। ਇਹਨਾਂ ਨੇ ਜਦੋਂ ਵੀ ਕੋਈ ਇਸ਼ੂ ਲਿਆ, ਉਸ ਇਸ਼ੂ ਨੂੰ ਇਹਨਾਂ ਨੇ ਵੋਟਾਂ ਨੂੰ ਸਾਹਮਣੇ ਰੱਖ ਕੇ ਲਿਆ। ਅਤੇ ਪਹਿਲੀ ਵਾਰ ਇਹਨਾਂ ਨੇ ਇਹਨਾਂ ਤੋਂ ਸਰਸਾ ਵਾਲਿਆਂ ਤੋਂ ਮਦਦ ਲਈ ਸੀ, ਸਾਰੀ ਜੋ ਦੇਸ਼ ਦੀ ਪਾਰਟੀ ਬਣਾਈ ਹੈ ਮੋਦੀ ਉਹਨਾਂ ਨੇ। ਔਰ ਉਸ ਤੋਂ ਬਾਅਦ ਇਹ ਸਮਝਦੇ ਨੇ, ਇਹਨਾਂ ਦੇ ਲੋਕ ਵੀ ਸਮਝਦੇ ਨੇ ਕਿ ਇਹ ਕਿਹਾ ਗਿਆ ਸੀ ਡੇਰੇ 'ਚੋਂ ਜੋ ਲੈ ਕੇ ਆਏ ਨੇ ਕਿ ਤੁਹਾਨੂੰ ਅਸੀਂ ਜਾ ਕੇ ਇੱਕ ਸਾਈਨ ਕਰਨੇ, ਉਦੋਂ ਬਾਅਦ ਡੇਰੇ ਛੱਡ ਜਾਵਾਂਗੇ ਗੱਡੀਆਂ 'ਚ, ਲੇਕਿਨ ਉਦੋਂ ਬਾਅਦ ਉਹਨਾਂ ਨੂੰ ਅੰਦਰ ਜੇਲ੍ਹ 'ਚ ਬੰਦ ਕਰਤਾ। ਹੁਣ ਜਦੋਂ ਆਪਾਂ ਕਹਿੰਦੇ ਹਾਂ ਕਿ ਪਿੰਜਰੇ ਦੇ ਵਿੱਚ ਬੰਦ ਕਰਕੇ, ਉਹ ਜਦੋਂ ਲੋੜ ਪੈਂਦੀ ਹੈ ਉਦੋਂ ਬਾਹਰ ਕੱਢ ਲਿਆਉਂਦੇ ਨੇ ਆਪਦੀ ਰਾਜਸੀ ਲਾਲਸਾ ਪੂਰੀ ਕਰਨ ਵਾਸਤੇ।
ਤੇ ਇਹ ਨਹੀਂ ਸੋਚਦੇ ਕਿਸੇ ਦੇ ਮਨ 'ਤੇ ਜਿਹੜੇ ਉਹਨਾਂ ਦੇ ਫਾਲੋਅਰ ਹੈ ਕਿਹੜੀ ਸੱਟ ਵੱਜਦੀ ਹੋਣੀ ਹੈ ਵੀ ਸਾਨੂੰ ਤੁਸੀਂ ਮਜਬੂਰ ਕਰਕੇ, ਜਿਵੇਂ ਆਪਾਂ ਕਹਿੰਦੇ ਹਾਂ ਗਲ ਮਰੋੜ ਕੇ, ਲੱਤ ਮਰੋੜ ਕੇ ਜਾਂ ਬਾਂਹ ਮਰੋੜ ਕੇ। ਮੈਂ ਸੁਣਿਆ ਹੀ ਇੱਥੇ ਢੀਂਡਸੇ ਹੋਣੀਆਂ ਦੇ ਦਫ਼ਤਰ 'ਚ ਕਹਿੰਦੇ ਸੀ ਤਾਂ ਬਾਂਹ ਮਰੋੜ ਕੇ ਕੰਮ ਲਵਾਂਗੇ ਸਰਸੇ ਵਾਲੇ ਬਾਬਿਆਂ ਤੋਂ। ਤੇ ਇਹ ਬਾਹਾਂ ਮਰੋੜਨ ਵਾਲੀ ਜਿਹੜੀ ਰਾਜਨੀਤੀ ਹੈ ਇਹ ਕਿਸੇ ਨਾ ਕਿਸੇ ਹਰ ਇਨਸਾਨ ਹੈ ਉਹਦੇ ਦਿਲ ਨੂੰ ਔਖ ਮੰਨਦੀ ਹੈਗੀ ਹੈ। ਸੋ ਇਹਨਾਂ ਨੇ ਉਦੋਂ ਉੱਥੇ ਬੀਜੇਪੀ ਦਾ ਕਰਕੇ ਔਖ ਨੁਕਸਾਨ ਉਠਾਇਆ। ਪਿਛਲੀ ਵਾਰ ਇਹਨਾਂ ਨੇ ਪਬਲਿਕਲੀ ਜਿਹੜੀ ਅਕਾਲੀ ਦਲ ਦੀ ਕੀਤੀ ਸੀ ਉਹਦੇ ਵਿੱਚ ਵੀ ਅਕਾਲੀ ਦਲ ਨੇ ਜਦੋਂ ਮੁੜ ਕੇ ਆ ਕੇ ਫਿਰ ਸਾਰੇ ਮਾਫੀਆਂ ਮੰਗ ਕੇ ਜਾਣਾ ਹੀ ਨਹੀਂ, ਨਰਾਦਰ ਕੀਤਾ। ਤੇ ਇਸ ਲਈ ਮੈਂ ਸਮਝਦੀ ਹਾਂ ਕਿ ਜਿਹੜੀ ਇਹ ਬੀਜੇਪੀ ਦੀ ਨੀਤੀ ਹੈ ਕਿ ਰਾਜਸੀਕਰਨ ਕਰ ਦਿਓ, ਧਰਮਾਂ ਦਾ ਵੀ ਕਰ ਦਿਓ। ਪਹਿਲਾਂ ਭਗਵਾਨ ਰਾਮ ਦੇ ਨਾਂ 'ਤੇ ਆ ਕੇ ਉਦੋਂ ਰੱਥ ਲੈ ਕੇ ਨਿਕਲਦੇ ਹੁੰਦੇ ਇਹ ਰਾਜਨੀਤੀ ਸਾਡੇ ਆਪਣੀ ਜਾਤੀਵਾਦ ਦੀ, ਸਾਡੇ ਧਰਮ ਸਥਾਨਾਂ ਦੀ ਰਾਜਨੀਤੀ ਇੱਥੇ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਸਿੱਖੀ ਨੂੰ ਖਤਰਾ ਹੈ, ਪੰਥ ਨੂੰ ਖਤਰਾ ਹੈ। ਇਹ ਜਿਹੜੇ ਧਰਮਾਂ ਨੂੰ ਮਿਸਯੂਜ਼ ਕਰਦੇ ਹੈ, ਧਰਮਾਂ ਦੀ ਆੜ ਦੇ ਵਿੱਚ ਆਪਣੀ ਸਿਆਸਤ ਕਰਦੇ ਹੈ, ਇਹ ਬਹੁਤ ਮੰਦਭਾਗੀ ਹੈ। ਔਰ ਇਸੇ ਤਰ੍ਹਾਂ ਕਿਸੇ ਵੀ ਮਜਬੂਰ ਕੋਈ ਵੀ ਡੇਰੇ ਹੈ, ਪੈਰੋਕਾਰ ਹੈ, ਸੰਤ ਮਹਾਤਮਾ ਹੈ, ਉਹਨਾਂ ਦੀ ਆਈਡੀਓਲੋਜੀ ਨਾਲ ਸਹਿਮਤ ਹੋਣ ਜਾਂ ਨਾ ਹੋ ਉਹ ਅੱਡ ਗੱਲ ਹੁੰਦੀ ਹੈ। ਲੇਕਿਨ ਉਹਨਾਂ ਨੂੰ ਕਿਸੇ ਨਾ ਕਿਸੇ ਪਾਸੇ ਝੂਠੇ ਜਾਂ ਸੱਚੇ ਜਿਸ ਤਰ੍ਹਾਂ ਦੀ ਮਰਜ਼ੀ ਹੈ ਆਪਦੇ ਬੱਸ 'ਚ ਕਰਕੇ ਉਹਨਾਂ ਤੋਂ ਫਿਰ ਮਜਬੂਰੀ ਬਸ ਗੱਲਾਂ ਕਰਕੇ ਕਹਿਣੀਆਂ ਅਸੀਂ ਕਿਉਂਕਿ ਪਿਛਲੇ ਦਿਨੀ ਰਾਜੋਆਣਾ ਵੀ 1 ਘੰਟੇ ਪੈਰੋਲ ਤੇ ਆਉਂਦੇ ਨੇ, ਉਹ ਵੀ ਇਹੀ ਕਹਿੰਦੇ ਨੇ ਕਿ ਅਕਾਲੀ ਦਲ ਨੂੰ ਸਮਰਥਨ ਦਿਓ। ਨਹੀਂ, ਰਾਜੇਆਣਾ ਆਉਂਦੇ ਨੇ, ਉਹਨਾਂ ਦੀ ਆਪਣੀ ਮਰਜ਼ੀ ਹੈਗੀ ਹੈ। ਅਕਾਲੀ ਦਲ ਨੂੰ ਕਹਿਣਾ ਉਹਨਾਂ ਦਾ ਹਰੇਕ ਬੰਦੇ ਦਾ ਆਪਣਾ ਹੱਕ ਹੈਗਾ। ਉਹ ਰਾਜੇਆਣਾ ਆਉਂਦੇ ਆ, ਵੱਖਰੀ ਗੱਲ ਹੈਗੀ ਹੈ। ਲੇਕਿਨ ਇਹਨਾਂ ਦੇ ਵਿੱਚ ਤਾਂ ਆਪਾਂ ਨੂੰ ਪਤਾ ਹੈ ਨਾ ਕਿ ਇਹ ਲੈ ਕੇ ਕੌਣ ਗਿਆ ਸੀ, ਇਹੀ ਲੈ ਕੇ ਗਏ ਸੀ। ਰਾਜੇਆਣਾ ਨੂੰ ਤਾਂ ਪਹਿਲੇ ਦਿਨ ਤੋਂ ਅਕਾਲੀ ਦਲ ਦੇ ਨੇ, ਲੇਕਿਨ ਇਹ ਡੇਰੇ ਵਾਲੇ ਨੂੰ ਤਾਂ ਨਹੀਂ ਕਹਿ ਸਕਦੇ ਪਹਿਲੇ ਦਿਨ ਤੋਂ ਅਕਾਲੀ ਦਲ ਦੇ। ਇੱਕ ਵਾਰ ਇਹਨਾਂ ਨੇ ਕਾਂਗਰਸ ਦੀ ਮਦਦ ਵੀ ਕੀਤੀ ਸੀ 2002 ਦੇ ਵਿੱਚ। ਇਸ ਵਾਰ ਕਰ ਸਕਦੇ ਨੇ ਫਿਰ ਕਾਂਗਰਸ? ਮੈਨੂੰ ਨਹੀਂ ਪਤਾ ਅਜੇ ਕੀ ਇਹਨਾਂ ਦਾ ਫੈਸਲਾ ਹੋਣਾ ਹੈ, ਕਿਉਂਕਿ ਜੋ ਜਿਸ ਤਰੀਕੇ ਨਾਲ ਹੋਣਾ ਹੈ ਅਕਸਰ ਇਹਨਾਂ ਦੇ ਸਾਰੇ ਜਿਹੜੇ ਪ੍ਰੇਮੀ ਕਹਿੰਦੇ ਜਿਹੜੇ ਬੱਚੇ ਇਹਨਾਂ ਦੇ ਪਿੰਡ 'ਚ ਬੈਠੇ ਹੁੰਦੇ ਨੇ ਉਹ ਸਾਰੇ ਸ਼ਰਧਾਲੂ ਨੇ, ਭਗਤ ਨੇ। ਲੇਕਿਨ ਉਹ ਸਾਰੇ ਦੇਖਦੇ ਹੈਗੇ ਨੇ ਕਿ ਜਿਸ ਤਰੀਕੇ ਨਾਲ ਸੈਕੂਲਰ ਸੋਚ ਹੈ ਉਹ ਕਾਂਗਰਸ ਕੋਲੇ ਹੈ। ਸਾਡੇ ਸਾਰੇ ਧਰਮਾਂ ਦਾ ਸਨਮਾਨ ਕਾਂਗਰਸ ਕੋਲ ਅਸੀਂ ਕਰਦੇ ਹਾਂ, ਸਾਰਿਆਂ ਦਾ ਹੀ। ਤੇ ਸਾਡੀ ਪਾਰਟੀ ਇਹੀ ਨਹੀਂ ਜਿਵੇਂ ਅਕਾਲੀ ਦਲ ਦੀ ਵਿੱਚ ਤਾਂ ਸਿੱਖੀਜ਼ਮ ਦੀ ਇਕੱਲੀ ਪਾਰਟੀਆਂ, ਸਿੱਖਾਂ ਦੇ ਜਾਣਾ ਹੈ, ਅਸੀਂ ਦੂਜੇ ਪਾਸੇ ਨਹੀਂ ਜਾਣਾ, ਅਸੀਂ ਡੇਰਿਆਂ 'ਚ ਨਹੀਂ ਜਾਣਾ, ਅਸੀਂ ਫਲਾਂ ਨਹੀਂ ਜਾਣਾ। ਹਾਲਾਂਕਿ ਜਾਂਦੇ ਨੇ, ਸਾਰੀਆਂ ਫੋਟੋਆਂ ਪਈਆਂ, ਢੀਂਡਸਿਆਂ ਦੀਆਂ ਪਈਆਂ, ਬਾਦਲਾਂ ਦੀਆਂ ਪਈਆਂ, ਸਭ ਦੀਆਂ ਪਈਆਂ ਹੈਗੀਆਂ। ਅਸੀਂ ਲੁਕਾਓ ਕੇ ਕੋਈ ਗੱਲ ਨਹੀਂ ਕਰਦੇ। ਅਸੀਂ ਕਹਿੰਦੇ ਹਾਂ ਵੋਟ ਮੰਗਣ ਜਾਂਦੇ ਤਾਂ ਹਰ ਛੋਟੇ ਵੱਡੇ ਵੋਟਰ ਕੋਲ ਵੀ ਜਾਂਦੇ ਹਾਂ। ਪਰ ਜਾਖੜ ਉਹ ਨਹੀਂ ਕਹਿੰਦੇ ਕਿ ਮੈਂ ਹਿੰਦੂ ਚਿਹਰਾ ਹੀ ਤਾਂ ਕਰਕੇ ਨਹੀਂ ਸੀ ਬਣ ਪਾਇਆ। ਕੋਈ ਤਾਂ ਹਰੇਕ ਬੰਦੇ ਦੇ ਆਪੋ ਆਪਣੇ ਵਿਚਾਰ ਹੁੰਦੇ ਹੈਗੇ ਨੇ। ਸਾਡੀ ਪਾਰਟੀ 'ਚ ਹਿੰਦੂ ਚਿਹਰੇ ਕਰਕੇ ਜਾਂ ਹੋਰ ਚਿਹਰੇ ਕਰਕੇ ਕੋਈ ਨਹੀਂ। ਸਾਡੇ ਪੰਜਾਬ ਦੇ ਵਿੱਚ ਹਿੰਦੂ ਬਣਿਆ। ਸਭ ਤੋਂ ਪਹਿਲਾਂ ਜਿਹੜਾ ਸਾਡੇ ਮੁੱਖ ਮੰਤਰੀ ਬਣਿਆ ਸੀ, ਕੀ ਉਹਨਾਂ ਦਾ ਨਾਂ ਸੀਗਾ, ਉਹ ਹਿੰਦੂ ਮੁੱਖ ਮੰਤਰੀ ਵੀ ਰਹੇ ਆ। ਇੱਥੇ ਔਰਤ ਮੁੱਖ ਮੰਤਰੀ ਵੀ ਰਹੀ ਹੈ, ਇੱਥੇ ਜੱਟ ਸਿੱਖ ਮੁੱਖ ਮੰਤਰੀ ਵੀ ਰਹੇ ਨੇ, ਇੱਥੇ ਰਾਜੇ ਮੁੱਖ ਮੰਤਰੀ ਵੀ ਰਹੇ ਨੇ। ਤੇ ਇੱਥੇ ਆ ਕੇ ਹੁਣ ਗਰੀਬ ਜਿਹੜਾ ਹੈਗਾ ਉਹ ਵੀ ਆਪਣੇ ਦਲਿਤ ਜਿਹੜਾ ਐਸੀ ਭਾਈਚਾਰੇ 'ਚ ਆ ਕੇ ਉਹ ਮੁੱਖ ਮੰਤਰੀ ਵੀ ਰਿਹਾ। ਕਾਂਗਰਸ ਪਾਰਟੀ ਸੈਕੂਲਰ ਪਾਰਟੀ ਹੋਣ ਕਰਕੇ ਸਾਰਿਆਂ ਵਰਗਾਂ ਨੂੰ ਜਿਨ੍ਹਾਂ ਦਾ ਉਸ ਵਕਤ ਸਮਝਦੇ ਆ ਕਿ ਸਾਨੂੰ ਫੈਸਲਾ ਹੈ ਜਾਂ ਲੋਕ ਸਮਝਦੇ ਆ ਜਾਂ ਕਿਵੇਂ, ਉਹਨਾਂ ਨੂੰ ਮੌਕਾ ਕਾਂਗਰਸ ਪਾਰਟੀ ਦਿੰਦੀ ਹੈ। ਤੇ ਇਸੇ ਲਈ ਮੈਂ ਤਾਂ ਇਹ ਕਹਿੰਦੀ ਹਾਂ ਵੀ ਸਾਡੇ ਇੱਕ ਮੁੱਖ ਮੰਤਰੀ ਬਣੇ ਸੀ ਉਹ ਆਪਣੇ ਹਿੰਦੂ ਵੀ ਬਣੇ ਸੀਗੇ ਉਸ ਵਕਤ। ਬੀਬੀ ਢੀਂਡਸਾ ਦੀ ਤੁਸੀਂ ਗੱਲ ਕੀਤੀ ਆ, ਪਹਿਲਾਂ ਉਹ ਅਕਾਲੀ ਦਲ 'ਚ ਹੁੰਦੇ ਸੀ ਤੇ ਹੁਣ ਬੀਜੇਪੀ ਦੇ ਨਾਲ ਆ, ਬੀਜੇਪੀ ਰੂਲਿੰਗ ਪਾਰਟੀ ਆ ਸੈਂਟਰ ਦੇ ਵਿੱਚ। ਤੁਹਾਨੂੰ ਲੱਗਦਾ ਇਸ ਵਾਰ ਕੋਈ ਉਹਨਾਂ ਦੀ ਜਿਹੜੀ ਟੱਕਰ ਹੈ ਉਹਦੇ ਵਿੱਚ ਕੋਈ ਵਾਧਾ ਹੋਇਆ? ਉਹਨਾਂ ਦੀ ਟੱਕਰ ਤਾਂ ਹੁਣ ਰਹੀ ਹੋਈ ਨਹੀਂ, ਕਿਉਂਕਿ ਜਿਹੜਾ ਬੰਦਾ ਆਪਣੀ ਪਾਰਟੀ ਦੀ ਪਿੱਠੇ ਛੁਰਾ ਮਾਰ ਕੇ ਜਾ ਸਕਦਾ ਅਕਾਲੀ ਦਲ ਦਾ, ਉਹਨੂੰ ਉਹ ਲੋਕ ਹੀ ਨਹੀਂ ਅਪਣਾਉਂਦੇ ਪਹਿਲੀ ਗੱਲ, ਔਰ ਉਹਦਾ ਵਜੂਦ ਹੀ ਖਤਮ ਹੋ ਜਾਂਦਾ ਹੈ। ਇੱਥੇ ਵੱਡੇ ਵੱਡੇ ਸ਼ਖਸੀਅਤ ਟੌੜਾ ਸਾਹਿਬ ਵਰਗੇ ਆਏ, ਲੇਕਿਨ ਪਾਰਟੀਆਂ ਦੇ ਵਿੱਚ ਸਰਕਾਰ ਬਣਨੀ ਬਹੁਤ ਦੂਰ ਦੀ ਗੱਲ ਹੈ। ਉੱਥੇ ਆਪਣੇ ਬੰਦੇ ਜਿਤਾਉਣੇ ਵੀ ਔਖੇ ਸੀ। ਇਸ ਵਾਰ ਇਹ ਹੋਣਾ ਢੀਂਡਸਾ ਸਾਹਿਬ ਦਾ ਭਰਮ ਨਿਕਲ ਜਾਣਾ। ਜਿਹੜੇ ਇਹਨਾਂ ਨੇ 12-13 ਸੀਟਾਂ ਲਈਆਂ, ਇਹਨਾਂ ਦੇ ਬੰਦਿਆਂ ਜਵਾਨਤਾ ਨਹੀਂ ਬਚਾ ਸਕਣੀ। ਜਵਾਨਤਾ ਜ਼ਬਤ ਹੋਣਗੇ। ਅਕਾਲੀ ਦਲ ਨੂੰ ਟੁੱਟ ਗਿਆ, ਇਹ ਪਾਰਟੀ ਬਦਲ ਲਈ ਹੈ, ਵੱਖਰੀ ਬਣਾ ਲਈ ਹੈ। ਔਰ ਜਿਹੜੀ ਮੋਦੀ ਨਾਲ ਤੇ ਕੈਪਟਨ ਨਾਲ ਦੋਵਾਂ ਨੂੰ ਲੋਕ ਨਫ਼ਰਤ ਕਰਦੇ ਹੈ। ਮੋਦੀ ਨੇ ਜੋ ਜਿਸ ਤਰ੍ਹਾਂ ਸਾਡੇ 750 ਦੇ ਲਗਭਗ ਸ਼ਹੀਦ ਹੋਏ ਵਿਚਾਰੇ, ਉਹਨਾਂ ਸਾਰਿਆਂ ਦੇ ਉੱਤੇ ਮੋਦੀ ਦੀਆਂ ਔਰਤਾਂ ਤੇ ਬੱਚਿਆਂ ਤੇ ਭਾਈਆਂ ਦੇ ਮੂੰਹ ਤੇ ਚੜ੍ਹਿਆ ਪਿਆ ਵੀ ਮੋਦੀ ਦੇ ਅਸੀਂ ਖਿਲਾਫ ਆ, ਮੋਦੀ ਦੇ ਖਿਲਾਫ ਆ। ਹੁਣ ਜਿਹੜਾ ਮੋਦੀ ਦਾ ਨੁਮਾਇੰਦਾ ਬਣ ਕੇ ਜਿਵੇਂ ਢੀਂਡਸੇ ਆਏ ਨੇ, ਤਾਂ ਤੁਸੀਂ ਆਪ ਸੋਚੋ ਆ ਕੇ ਕਿ ਪਿੱਠੇ ਛੁਰਾ ਮਾਰਨ ਵਾਲਿਆਂ ਨਾਲ ਲੋਕ ਖੜਨਗੇ। ਇਹਨਾਂ ਦਾ ਹੁਣ ਜਿਵੇਂ ਮੈਂ ਕਹਿੰਦਾ ਸਿਆਸੀ ਤੌਰ 'ਤੇ ਇਹ ਇੱਕ ਆਪਣਾ ਕਰ ਚੁੱਕੇ ਗਲਤ ਫੈਸਲਾ। ਇਹਨਾਂ ਤੋਂ ਪਿੱਛੇ ਮਿਲ ਕੇ ਨਾ ਫਾਇਦਾ ਨਹੀਂ ਹੋਣਾ, ਕਿ ਫਾਇਦਾ ਜ਼ਿਆਦਾ ਹੋਣਾ ਹੈਗਾ। ਇਸੇ ਤਰ੍ਹਾਂ ਦੂਜਾ ਇਹਨਾਂ ਨੇ ਹਿੱਸਾ, ਦੂਜਾ ਹੱਥ ਕੈਪਟਨ ਨਾਲ ਮਿਲਾਇਆ। ਜੇ ਕਹਿੰਦੇ ਸੀਗੇ ਸੁਖਬੀਰ ਬਾਦਲ ਤੋਂ ਤਾਂ ਟੁੱਟੇ ਆ ਕਿ ਉਹਨਾਂ ਸਾਡਾ ਜਿਹੜਾ ਸੀਗਾ ਉਹ ਕਰਾਇਆ ਨਹੀਂ, ਛੇਤੀ ਦੀ ਇਨਕੁਆਇਰੀ ਕਰਾਈ ਸੀ। ਅਤੇ ਕੈਪਟਨ ਸਾਹਿਬ ਤਾਂ 5ਵੇਂ ਤਖ਼ਤ 'ਤੇ ਗੁਟਕਾ ਸਾਹਿਬ ਹੱਥ ਚੱਕ ਕੇ, ਜਿਹੜੀ ਕਿਸੇ ਸਾਡੇ ਲੀਡਰ ਨੇ ਗੁਟਕਾ ਸਾਹਿਬ ਚੱਕ ਕੇ ਸਹੁੰ ਨਹੀਂ ਖਾਧੀ ਹੋਣੀ ਪਬਲਿਕ 'ਚ, ਇਹਨਾਂ ਨੇ ਉਹ ਸਹੁੰ ਖਾਧੀ। ਅਤੇ ਉਦੋਂ ਵੱਡਾ ਧਰਮ ਦਾ ਅਪਮਾਨ ਕਿਹੜਾ ਹੋਊਗਾ। ਇਹਨਾਂ ਨੇ ਵੋਟਾਂ ਲਈ ਕੈਪਟਨ ਨਾਲ ਵੀ ਢੀਂਡਸਾ ਪਰਿਵਾਰ ਨੇ ਹੱਥ ਮਿਲਾ ਲਿਆ। ਮੋਦੀ ਨਾਲ ਇੱਕ ਹੱਥ ਮਿਲਾਇਆ ਢੀਂਡਸਾ ਪਰਿਵਾਰ ਨੇ, ਦੂਜਾ ਹੱਥ ਮਿਲਾਇਆ ਕੈਪਟਨ ਨਾਲ ਢੀਂਡਸਾ ਪਰਿਵਾਰ ਨੇ। ਦੋਨਾਂ ਨੂੰ ਪੰਜਾਬ ਦੇ ਲੋਕ ਦੇਖ ਕੇ ਰਾਜੀ ਨਹੀਂ ਹੁੰਦੇ। ਸੋ ਇਹ ਤਾਂ ਜਿਵੇਂ ਕਹਿੰਦੇ ਆ, ਨਾਲ ਕੈਪਟਨ ਆਪ ਵੀ ਗਿਆ ਅਤੇ ਇਹ ਵੀ ਗਏ, ਅਤੇ ਨਾਲ ਮੋਦੀ ਸਭ ਨੂੰ ਹੀ ਲੈ ਬੈਠੂਗਾ। ਬੀਬੀ ਜੀ,
ਬੀਇੰਗ ਮਲਵਈ ਸੀਟ ਤੁਸੀਂ ਆਪ ਦਾ ਪ੍ਰਭਾਵ ਕਿਵੇਂ ਦੇਖਦੇ ਹੋ? ਆਪ ਵਾਲੇ ਕਹਿੰਦੇ ਨੇ ਕਿ ਮਾਲਵਾ ਦੇ ਵਿੱਚ ਤਾਂ ਸਾਡਾ ਪਹਿਲੇ ਦਿਨ ਹੀ ਜਿਹੜਾ ਜ਼ੋਰ ਜ਼ਿਆਦਾ ਹੈ, ਕਿਉਂਕਿ ਪਿਛਲੀ ਵਾਰ ਭਗਵੰਤ ਹੋਣਾ ਹੀ ਕਹਿੰਦੇ ਹੁੰਦੇ ਸੀ ਕਿ 2017 ਵਿੱਚ ਕਿ ਮਲਵਈ ਸੀਟਾਂ ਤਾਂ ਸਾਡੀਆਂ ਹੀ ਨੇ। ਜਦੋਂ ਸਿਖਰ ਤੇ ਜ਼ੋਰ ਸੀ ਉਦੋਂ ਵੀ ਇਹ ਆਪ 21 ਸੀਟਾਂ ਹੀ ਲਈਆਂ ਸੀ ਸਾਰੀਆਂ। ਇਹ ਠੀਕ ਹੈ, ਮਲਵਈ ਜ਼ੋਰ ਹੋਣ ਕਰਕੇ ਭਗਵੰਤ ਮਾਨ ਜਿੱਤ ਕੇ MP ਬਣ ਗਿਆ, ਬਾਕੀ ਸਰੰਤਾਵਾਂ ਤੇ 3-4 MP ਬਣੇ, ਉਹ ਵੀ ਛੱਡ ਗਏ, ਇਹ ਰਹਿ ਗਿਆ। ਇੱਥੇ ਭਗਵੰਤ ਮਾਨ ਦੇ ਕਰਕੇ ਥੋੜ੍ਹਾ ਜਿਹਾ, ਕਿਉਂਕਿ ਇਹਦਾ ਆਰਟਿਸਟ ਹੋਣ ਕਰਕੇ ਇਹਦਾ ਆਪਣਾ ਹੈ ਥੋੜ੍ਹਾ ਕਰੇਜ਼ ਹੈ, ਉਹਦੇ ਕਰਕੇ ਆ ਜਾਂਦੇ ਨੇ। ਲੇਕਿਨ 2017 ਨਾਲੋਂ ਬਹੁਤ ਆਮ ਆਦਮੀ ਪਾਰਟੀ ਦਾ ਜਿਹੜਾ ਵਰਕਰ ਹੈ ਡਿਮੋਰਲਾਈਜ਼ ਹੋਇਆ ਹੈ ਕਿ ਉਹਨਾਂ ਦੀਆਂ ਟਿਕਟਾਂ ਵੇਚੀਆਂ ਗਈਆਂ, ਉਹਨਾਂ ਦੀ ਟਿਕਟਾਂ ਆਮ ਆਦਮੀ ਤੋਂ ਕਹਿ ਕੇ ਖਾਸ ਆਦਮੀ ਨੂੰ ਟਿਕਟਾਂ ਦਿੱਤੀਆਂ ਗਈਆਂ। ਇਸ ਕਰਕੇ ਜਿਹੜਾ ਅੱਗੇ ਮਾਲਵੇ ਦੇ ਵਿੱਚ ਅਸਰ ਸੀਗਾ ਉਹ ਹੁਣ ਐਵੇਂ ਜਿਵੇਂ ਕਹਿੰਦੇ ਨਾ ਆਟਾ ਆਪਾਂ ਕਹਿੰਦੇ ਮਾੜਾ ਮੋਟਾ, ਉਹ ਐਂ ਰਹਿ ਗਿਆ, ਉਹਦਾ ਪਾਣੀ ਵਾਂਗੂ ਰਹਿ ਗਿਆ ਜਿਵੇਂ ਕਹਿੰਦੇ ਆ। ਉਹ ਇਹਨਾਂ ਦਾ ਅਸਰ ਜਿਹੜਾ ਸੀਗਾ ਮੇਨ ਉਹ ਚਲਿਆ ਗਿਆ, ਆਟੇ 'ਚ ਨੂਣ ਵਰਗਾ ਅਸਰ ਰਹਿ ਗਿਆ ਇਹਨਾਂ ਦਾ। 2-4 ਸੀਟਾਂ ਦੇ ਉੱਤੇ ਥੋੜ੍ਹਾ ਮੋਟਾ, ਜਿਵੇਂ ਕਿਸੇ ਥਾਂ 'ਤੇ ਪਤਾ ਨਹੀਂ ਕਿਹੜੀ ਥਾਂ 'ਤੇ ਥੋੜ੍ਹਾ ਮੋਟਾ ਹੈਗਾ, ਅਤੇ ਖੁਦ ਆਪਾਂ ਸਮਝਦੇ ਹਾਂ ਕਿ ਟੱਕਰ ਭਗਵੰਤ ਮਾਨ ਨੂੰ ਵੀ ਪੂਰੀ ਆਪਣੀ ਦੇਣੀ ਪੈ ਰਹੀ ਹੈ, ਸਾਡੀ ਕਾਂਗਰਸੀ ਦੇ ਰਹੇ ਆ ਉੱਥੇ। ਇਸ ਕਰਕੇ ਜਿਹੜਾ ਹੈਗਾ ਸੀਗਾ ਉਹ ਪਿਛਲਾ ਲੋਕਾਂ ਨੇ ਦੇਖ ਲਿਆ ਕਿ ਅਸੀਂ ਇੰਨਾ ਜ਼ੋਰ ਲਾਇਆ, ਸਾਨੂੰ ਕੀ ਰਿਜ਼ਲਟ ਮਿਲਿਆ ਕਿ ਸਾਡੀਆਂ ਟਿਕਟਾਂ ਹੀ ਵੰਡ ਕੇ ਵੇਚੀਆਂ ਗਈਆਂ। ਅੱਜ ਜਿਹੜੀ ਨਿਰਾਸ਼ਾ ਹੈ ਨਾ, ਸਪੋਰਟ ਨਾਲ ਨਿਰਾਸ਼ਾ ਜਿਹੜੀ ਹੁੰਦੀ ਜ਼ਿਆਦਾ ਵੱਡਾ ਕੰਮ ਕਰਦੀ ਹੈ। ਆਮ ਆਦਮੀ ਪਾਰਟੀ ਨੂੰ ਬਹੁਤ ਵੱਡੀ ਨਿਰਾਸ਼ਾ ਇਹ ਹੋਈ ਹੈ ਕਿ ਸਾਡੇ ਆਮ ਆਦਮੀ ਪਾਰਟੀ ਦੀ ਪਿੱਠ ਛੁਰਾ ਮਾਰਿਆ ਹੈ। ਅੱਜ ਤੱਕ ਭਗਵੰਤ ਮਾਨ ਨੂੰ ਐਲਾਨ ਨਹੀਂ ਕੀਤਾ, 4 ਮਹੀਨੇ 5 ਮਹੀਨੇ ਪਹਿਲਾਂ ਜੇ ਐਲਾਨ ਕਰਦੇ ਤਾਂ ਹੋਰ ਗੱਲ ਹੋਣੀ ਸੀਗੀ। CM ਕੋਲੇ ਬਿਠਾ ਕੇ ਅਪਮਾਨ ਕੀਤਾ ਹੈ ਕਿ ਕੋਈ ਚੰਗਾ ਬੰਦਾ ਲੈ ਕੇ ਆਵਾਂਗੇ, ਚੰਗਾ ਚਿਹਰਾ ਲੈ ਕੇ ਆਵਾਂਗੇ। ਇਹ ਸਾਰੇ ਚਾਹੇ ਭਗਵੰਤ ਮਾਨ ਹੋਵੇ, ਚੀਮਾ ਹੋਵੇ, ਕੋਈ ਵੀ ਹੋਵੇ, ਇਹ ਕੋਲੇ ਬੈਠੇ ਹੁੰਦੇ ਸੀ, ਇਹਨਾਂ ਨੂੰ ਮੰਨਿਆ ਨਹੀਂ। ਜਦੋਂ ਦੇਖਿਆ ਕਿ ਸਾਰਾ ਭਾਣਾ ਬੀਤ ਗਿਆ, ਹੁਣ ਆਮ ਆਦਮੀ ਪਾਰਟੀ ਦੇ ਵਿੱਚ ਬੇਚੈਨੀ ਹੈ, ਟਿਕਟਾਂ ਇਹਨਾਂ ਨੇ ਵੇਚਣੀਆਂ ਸ਼ੁਰੂ ਕਰਤੀਆਂ, ਤਾਂ ਇਹ ਦੇਖ ਲਿਆ ਕਿਸਾਨ ਯੂਨੀਅਨ ਨਾਲ ਸਾਡਾ ਸਮਝੌਤਾ ਹੋਇਆ ਨਹੀਂ, ਸਾਡੀ ਇੱਥੇ ਬਣਨੀ ਨਹੀਂ ਗੱਲ। ਉਦੋਂ ਫਿਰ ਇਹ ਸਾਰਾ ਰਹਿੰਦੀਆਂ ਖੁੰਦੀਆਂ ਟਿਕਟਾਂ ਵੇਚਤੀਆਂ। ਇਹ ਸਾਰਾ ਇਲਜ਼ਾਮ ਇਹਨਾਂ ਦੇ ਬੰਦੇ ਇਹਨਾਂ 'ਤੇ ਲਾ ਕੇ ਹਰ ਥਾਂ 'ਤੇ ਜਲੂਸ ਕੱਢ ਰਹੇ ਨੇ, ਅਤੇ ਉਹ ਆਪਣੇ ਡਿਮੋਰਲਾਈਜ਼ ਹੋ ਕੇ ਇਹਨਾਂ ਤੋਂ ਬਾਗੀ ਹੋ ਕੇ ਪਾਸੇ ਜਾ ਰਹੇ ਹੈ। ਮੇਰਾ ਆਖਰੀ ਕੁਐਸਚਨ ਹੈ, ਜੇ ਤੁਸੀਂ ਜਿੱਤਦੇ ਹੋ ਅਤੇ ਤੁਸੀਂ ਫਾਰਮਰ CM ਵੀ ਰਹੇ ਹੋ, ਅਤੇ ਇਸ ਤੋਂ ਬਾਅਦ ਤੁਸੀਂ ਆਪਣੇ ਆਪ ਨੂੰ ਕਿਵੇਂ ਦੇਖਦੇ ਹੋ? ਕਿਹੜੇ ਅਹੁਦੇ 'ਤੇ ਤੁਸੀਂ ਦੇਖਦੇ ਹੋ ਸਰਕਾਰ ਦੇ ਵਿੱਚ ਜੇ ਬਣਦੀ ਹੈ ਤਾਂ? ਕਾਂਗਰਸ ਦੀ ਸਾਰੀ ਸਰਕਾਰ ਹੀ ਮੇਰਾ ਅਹੁਦਾ ਹੋਊਗਾ। ਸਾਡੀ ਕਾਂਗਰਸ ਪਾਰਟੀ ਦੀ ਸਰਕਾਰ ਬਣ ਕੇ ਇਕੱਲੇ ਅਹੁਦਿਆਂ ਪਿੱਛੇ ਨਹੀਂ ਕੰਮ ਕਰਨਾ। ਜਿੰਨੇ ਅਸੀਂ ਲੋਕਾਂ ਦੇ ਨਾਲ ਕੀਤੇ ਹੈਗੇ, ਮੇਰਾ ਵੀ ਇਹ ਸੁਪਨਾ ਹੈ, ਚੰਨੀ ਉਹਨਾਂ ਦਾ ਵੀ ਸੁਪਨਾ ਹੈ, ਸਾਰੇ ਸਾਡੀ ਕਾਂਗਰਸ ਦਾ ਸੁਪਨਾ ਹੈ ਕਿ ਅਸੀਂ ਇੱਕ ਵਾਰ ਕਾਂਗਰਸ ਨੂੰ ਨਸ਼ਾ ਮੁਕਤ, ਕਾਂਗਰਸ ਨੂੰ ਜਿਹੜੇ ਝੂਠੇ ਪੰਥਾਂ ਦੇ ਨਾਂ ਵਰਤਦੇ ਹੈ ਉਹੋ ਜਿਹੇ ਮੁਕਤ ਕਰ ਦਈਏ, ਅਤੇ ਇਹੋ ਜਿਹੀ ਕਾਂਗਰਸ ਨੂੰ ਦਲ ਬਦਲੂਆਂ ਤੋਂ ਮੁਕਤ ਕਰ ਦਈਏ। ਅਸੀਂ ਇਸ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਵਿਕਾਸ ਕਰੇ, ਹਰ ਸਾਡੇ ਗਰੀਬ ਪਛੜੇ ਵਰਗ ਦਾ, ਮੀਡੀਅਮ ਵਰਗ ਦਾ, ਸਾਰੇ ਵਰਗਾਂ ਦਾ। ਅਸੀਂ ਇਕੋਨੋਮਿਕਲੀ ਵੀਕਰ ਸੈਕਸ਼ਨ ਦੇਖੀਏ। ਅਸੀਂ ਮੰਡੀਆਂ ਤਾਂ ਠੀਕ ਹੈ, ਸਾਰੇ ਥਾਵਾਂ 'ਤੇ ਉਹਨਾਂ ਨੂੰ ਮਿਲਣਾ ਹੀ ਹੁੰਦਾ, ਹਿੱਸਾ ਦੇਣਾ ਹੀ ਹੈਗਾ, ਉਸ ਤੋਂ ਵੀ ਉੱਪਰ ਉੱਠੀਏ ਅਸੀਂ ਜਾ ਕੇ। ਇਹ ਸਵਾਲ ਮੈਂ ਤਾਂ ਪੁੱਛਿਆ ਕਿਉਂਕਿ ਸਾਬਕਾ CM ਵੀ ਰਹੇ ਹੋ ਅਤੇ ਸੀਨੀਅਰ ਲੀਡਰ ਵੀ ਹੋ ਕਾਂਗਰਸ ਦੇ। ਇਹ ਮੇਰੀ ਪਾਰਟੀ ਨੇ ਦੇਖਣਾ, ਮੈਂ ਨਹੀਂ ਦੇਖਣਾ। ਮੇਰੀ ਪਾਰਟੀ ਨੇ ਦੇਖਣਾ ਮੈਥੋਂ ਕਿੱਥੇ ਕੰਮ ਲੈਣਾ, ਕਿਸ ਰੂਪ 'ਚ ਕੰਮ ਲੈਣਾ। ਜੋ ਮੇਰੀ ਪਾਰਟੀ ਫੈਸਲਾ ਕੀਤਾ ਉਹਨਾਂ ਦੇ ਕਹਿਣ 'ਤੇ ਮੈਂ ਲੜਨ ਲੱਗੀ ਹਾਂ ਇਲੈਕਸ਼ਨ। ਉਹਨਾਂ ਦੇ ਕਹਿਣ ਦੇ ਮੁਤਾਬਕ ਹੀ ਸਾਰਾ ਅਸੀਂ ਕੰਮ ਕਰਨਾ, ਸਾਰੇ ਇਕੱਠੇ ਹੋ ਕੇ ਕੰਮ ਕਰਾਂਗੇ। ਅਸੀਂ ਜੋ ਡਿਊਟੀ ਜਿਹਨੂੰ ਸੌਂਪਣਗੇ ਉਹ ਸਾਰੇ ਸਾਂਭਣਗੇ। ਅਸੀਂ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ। ਤਾਂ ਇਹ ਸਨ ਸਾਡੇ ਨਾਲ ਸਾਬਕਾ CM ਰਜਿੰਦਰ ਕੌਰ ਭੱਠਲ ਜੀ, ਜਿਨ੍ਹਾਂ ਦਾ ਕਹਿਣਾ ਹੈ ਕਿ ਜਿਹੜਾ ਮੁਕਾਬਲਾ ਹੈ ਉਹ ਸਾਡਾ ਕਿਸੇ ਹੋਰ ਪਾਰਟੀ ਨਾਲ ਨਹੀਂ, ਸਾਡਾ ਤਾਂ ਆਪਣੇ ਕੰਮਾਂ ਨਾਲ ਮੁਕਾਬਲਾ ਹੈ, ਅਸੀਂ ਬਿਹਤਰ ਕਰਕੇ ਦਿਖਾਵਾਂਗੇ। ਕੈਮਰਾਮੈਨ ਗੁਰਮੀਤ ਦੇ ਨਾਲ ਮਨਦੀਪ ਜੋਤ, ਲਹਿਰਾ ਗਾਗਾ।